ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਹਾਂ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਟਰੰਪ ਪ੍ਰਸ਼ਾਸਨ ਦਾ ਦਾਅਵਾ, ਸਰਹੱਦ ਤੇ 13 ਮਹੀਨੇ ਲਗਾਤਾਰ ਜ਼ੀਰੋ ਰਿਲੀਜ਼, ਇਮੀਗ੍ਰੇਸ਼ਨ ਨੀਤੀ ਵਿੱਚ ਵੱਡਾ ਬਦਲਾਅ। ਕੈਲੀਫੋਰਨੀਆ ਅਤੇ ਨਿਊਯਾਰਕ ਦੇ CDL ਪ੍ਰੋਗਰਾਮ ਖਤਰੇ 'ਚ, ਟਰੱਕਿੰਗ ਸੰਸਥਾ ਨੇ ਫੈਡਰਲ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਮਰੀਕੀ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਤੇ ਟਰੰਪ ਪ੍ਰਸ਼ਾਸਨ ਦਾ ਵੱਡਾ ਕਦਮ। ਅਸਾਈਲਮ ਕੇਸਾਂ ਲਈ ਨਵਾਂ ਝਟਕਾ, ਇੰਟਰਵਿਊ ਤੋਂ ਬਿਨਾਂ ਹੀ ਹੋ ਸਕਦੀ ਹੈ ਅਰਜ਼ੀ ਰੱਦ। ਅਮਰੀਕਾ ਈਰਾਨ ਸ਼ਾਂਤੀ ਸਮਝੌਤੇ ਵਿੱਚ $300 ਬਿਲੀਅਨ ਦੀ ਆਰਥਿਕ ਯੋਜਨਾ। ਨਿਊਯਾਰਕ ਦੇ $10 ਬਿਲੀਅਨ ਮੈਡੀਕੇਡ ਹੋਮ ਕੇਅਰ ਪ੍ਰੋਗਰਾਮ ਵਿੱਚ ਧੋਖਾਧੜੀ ਦੇ ਦੋਸ਼, ਅਮਰੀਕੀ ਨਿਆਂ ਵਿਭਾਗ ਨੇ ਕੀਤਾ ਮੁਕੱਦਮਾ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਤਮਾਮ ਖਬਰਾਂ। ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ US ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਮੈਕਸੀਕੋ ਸਰਹੱਦ ਤੇ ਲਗਾਤਾਰ 13 ਮਹੀਨਿਆਂ ਤੋਂ ਕੋਈ ਵੀ ਗੈਰ ਕਾਨੂੰਨੀ ਪ੍ਰਵਾਸੀ ਰਿਲੀਜ਼ ਨਹੀਂ ਕੀਤਾ ਗਿਆ। ਟਰੰਪ ਪ੍ਰਸ਼ਾਸਨ ਇਸ ਨੂੰ ਆਪਣੀ ਸਰਹੱਦੀ ਸੁਰੱਖਿਆ ਨੀਤੀ ਦੀ ਸਭ ਤੋਂ ਵੱਡੀ ਸਫਲਤਾ ਵਜੋਂ ਪੇਸ਼ ਕਰ ਰਿਹਾ ਹੈ। DHS ਸਕੱਤਰ ਮਾਰਕ ਵੇਨ ਮੁਲੀਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਦੇ ਹੇਠ ਕੈਚ ਐਂਡ ਰਿਲੀਜ਼ ਦੀ ਨੀਤੀ ਖਤਮ ਕਰ ਦਿੱਤੀ ਗਈ ਹੈ ਅਤੇ ਹੁਣ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਰਹੱਦ ਪਾਰ ਕਰਨ ਵਾਲਿਆਂ ਨੂੰ ਤੁਰੰਤ ਉਹਨਾਂ ਦੇ ਦੇਸ਼ਾਂ ਵਿੱਚ ਵਾਪਸ ਭੇਜਿਆ ਜਾ ਰਿਹਾ ਹੈ। ਪ੍ਰਸ਼ਾਸਨ ਦੇ ਅਨੁਸਾਰ ਦੱਖਣ ਪੱਛਮੀ ਸਰਹੱਦ ਤੇ ਮਈ 2026 ਦੇ ਦੌਰਾਨ ਸਿਰਫ 9,998 ਗ੍ਰਿਫਤਾਰੀਆਂ ਹੋਈਆਂ, ਜੋ ਬਾਈਡਨ ਪ੍ਰਸ਼ਾਸਨ ਦੇ ਮਹੀਨਾਵਾਰ ਔਸਤ ਨਾਲੋਂ 94% ਘੱਟ ਹਨ। CBP ਦਾ ਇਹ ਕਹਿਣਾ ਹੈ ਕਿ ਇਹ ਆંકੜੇ ਪਿਛਲੇ 3 ਦਹਾਕਿਆਂ ਦੇ ਸਭ ਤੋਂ ਹੇਠਲੇ ਪੱਧਰਾਂ ਵਿੱਚੋਂ ਹਨ। ਮਈ ਮਹੀਨੇ ਦੌਰਾਨ ਰੋਜ਼ਾਨਾ ਔਸਤ ਗ੍ਰਿਫਤਾਰੀਆਂ 323 ਰਹੀਆਂ, ਜਦਕਿ ਬਾਈਡਨ ਦੌਰ ਵਿੱਚ ਇੱਕ ਦਿਨ ਵਿੱਚ ਹਜ਼ਾਰਾਂ ਗ੍ਰਿਫਤਾਰੀਆਂ ਹੁੰਦੀਆਂ ਸਨ। CBP ਕਮਿਸ਼ਨਰ ਨੇ ਇਹ ਵੀ ਕਿਹਾ ਹੈ ਕਿ ਆંકੜੇ ਦਰਸਾਉਂਦੇ ਹਨ ਕਿ ਸਖਤ ਲਾਗੂਕਰਨ ਨੀਤੀਆਂ ਕਾਰਗਰ ਸਾਬਤ ਹੋ ਰਹੀਆਂ ਹਨ। ਉਹਨਾਂ ਦੇ ਅਨੁਸਾਰ ਸਰਹੱਦੀ ਸੁਰੱਖਿਆ, ਨਸ਼ਿਆਂ ਦੀ ਤਸਕਰੀ ਰੋਕਣ ਅਤੇ ਵਪਾਰਕ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿੱਚ ਇਤਿਹਾਸਕ ਨਤੀਜੇ ਮਿਲ ਰਹੇ ਹਨ। ਨਸ਼ਿਆਂ ਦੀ ਤਸਕਰੀ ਖਿਲਾਫ ਕਾਰਵਾਈ ਵਿੱਚ ਵੀ ਵੱਡਾ ਵਾਧਾ ਦਰਜ ਕੀਤਾ ਗਿਆ ਹੈ। CBP ਦੇ ਅਨੁਸਾਰ ਮਈ 2026 ਦੇ ਵਿੱਚ ਕੋਕੇਨ, ਮੈਥਮਫੈਟਾਮੀਨ, ਹੈਰੋਇਨ, ਫੈਂਟਾਨਿਲ ਅਤੇ ਮਰੀਜੁਆਨਾ ਦੀਆਂ ਕੁੱਲ ਜ਼ਬਤੀਆਂ ਲਈ ਮਈ 2025 ਦੇ ਮੁਕਾਬਲੇ 32% ਵਧੀਆਂ ਹਨ। ਸਿਰਫ ਫੈਂਟਾਨਿਲ ਦੀਆਂ ਜ਼ਬਤੀਆਂ ਅਪ੍ਰੈਲ 2026 ਦੇ ਮੁਕਾਬਲੇ 72% ਵੱਧ ਕੇ 795 ਪੌਂਡ ਤੱਕ ਪਹੁੰਚ ਗਈਆਂ। ਮਰੀਜੁਆਨਾ ਦੀਆਂ ਜ਼ਬਤੀਆਂ ਵਿੱਚ ਵੀ ਮਹੱਤਵਪੂਰਨ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ 4 ਮਹੀਨਿਆਂ ਦੌਰਾਨ CBP ਨੇ ਹਰ ਮਹੀਨੇ ਔਸਤ 37,033 ਪੌਂਡ ਮਰੀਜੁਆਨਾ ਜ਼ਬਤ ਕੀਤੀ, ਜੋ ਵਿੱਤੀ ਸਾਲ 2024 ਦੇ ਬਾਈਡਨ ਦੌਰ ਦੇ ਔਸਤ ਨਾਲੋਂ 61% ਵੱਧ ਹੈ। ਵਪਾਰ ਅਤੇ ਟੈਰਿਫ ਲਾਗੂ ਕਰਨ ਦੇ ਮੋਰਚੇ ਤੇ CBP ਨੇ ਮਈ 2026 ਵਿੱਚ $321 ਬਿਲੀਅਨ ਦੇ ਆਯਾਤਾਂ ਦੀ ਪ੍ਰਕਿਰਿਆ ਕੀਤੀ ਅਤੇ ਲਗਭਗ $23 ਬਿਲੀਅਨ ਦੇ ਡਿਊਟੀ ਟੈਕਸ ਇਕੱਠੇ ਕਰਨ ਲਈ ਨਿਸ਼ਾਨਿਤ ਕੀਤੇ ਹਨ। ਜ਼ਬਰਦਸਤੀ ਮਜ਼ਦੂਰੀ ਅਤੇ ਨਕਲੀ ਸਮਾਨ ਖਿਲਾਫ ਮੁਹਿੰਮ ਤਹਿਤ CBP ਨੇ ਮਈ ਮਹੀਨੇ ਦੌਰਾਨ $44 ਮਿਲੀਅਨ ਤੋਂ ਵੱਧ ਮੁੱਲ ਵਾਲੀਆਂ 247 ਸ਼ਿਪਮੈਂਟਾਂ ਨੂੰ ਰੋਕਿਆ, ਜਦਕਿ $400 ਮਿਲੀਅਨ ਤੋਂ ਵੱਧ ਮੁੱਲ ਦੇ 20 ਲੱਖ ਨਕਲੀ ਉਤਪਾਦ ਵੀ ਜ਼ਬਤ ਕੀਤੇ। ਖੇਤੀਬਾੜੀ ਸੁਰੱਖਿਆ ਦੇ ਖੇਤਰ ਵਿੱਚ CBP ਅਧਿਕਾਰੀਆਂ ਨੇ 6,018 ਐਮਰਜੈਂਸੀ ਨੋਟਿਸ ਜਾਰੀ ਕੀਤੇ ਅਤੇ 1,08,807 ਯਾਤਰੀ ਜਾਂਚਾਂ ਦੌਰਾਨ 840 ਉਲੰਘਣਾਵਾਂ ਜਾਂ ਜੁਰਮਾਨੇ ਦਰਜ ਕੀਤੇ ਗਏ। ਇਹ ਕਾਰਵਾਈਆਂ ਅਮਰੀਕੀ ਖੇਤੀਬਾੜੀ ਅਤੇ ਕੁਦਰਤੀ ਸਰੋਤਾਂ ਨੂੰ ਬਾਹਰੀ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਕੀਤੀਆਂ ਗਈਆਂ। ਹਾਲਾਂਕਿ ਟਰੰਪ ਪ੍ਰਸ਼ਾਸਨ ਇਹਨਾਂ ਆંકੜਿਆਂ ਨੂੰ ਆਪਣੀ ਸਖਤ ਇਮੀਗ੍ਰੇਸ਼ਨ ਨੀਤੀ ਦੀ ਵੱਡੀ ਸਫਲਤਾ ਵਜੋਂ ਪੇਸ਼ ਕਰ ਰਿਹਾ ਹੈ। ਇਮੀਗ੍ਰੇਸ਼ਨ ਹੱਕਾਂ ਲਈ ਕੰਮ ਕਰਨ ਵਾਲੀਆਂ ਕਈ ਸੰਸਥਾਵਾਂ ਦਾ ਮਤ ਹੈ ਕਿ ਕੜੀਆਂ ਨੀਤੀਆਂ ਦੇ ਕਾਰਨ ਕਈ ਸ਼ਰਨਾਰਥੀਆਂ ਅਤੇ ਆਸਰਾ ਮੰਗਣ ਵਾਲਿਆਂ ਲਈ ਅਮਰੀਕੀ ਕਾਨੂੰਨੀ ਪ੍ਰਕਿਰਿਆ ਤੱਕ ਪਹੁੰਚ ਮੁਸ਼ਕਿਲ ਹੋ ਗਈ ਹੈ। ਇਸ ਲਈ ਸਰਹੱਦ ਤੇ ਘੱਟ ਗਿਣਤੀ ਦੇ ਆંકੜਿਆਂ ਨੂੰ ਲੈ ਕੇ ਰਾਜਨੀਤਿਕ ਅਤੇ ਕਾਨੂੰਨੀ ਬਹਿਸ ਜਾਰੀ ਰਹਿਣ ਦੀ ਸੰਭਾਵਨਾ ਹੈ। ਅਮਰੀਕਾ ਵਿੱਚ ਕਮਰਸ਼ੀਅਲ ਡਰਾਈਵਰ ਲਾਇਸੈਂਸ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਹੈ। ਟਰੱਕਿੰਗ ਉਦਯੋਗ ਦੀ ਇੱਕ ਸੰਸਥਾ ਸਮਾਲ ਬਿਜ਼ਨਸ ਇਨ ਟਰਾਂਸਪੋਰਟੇਸ਼ਨ ਕੋਲੀਜਨ ਯਾਨੀ CBTC ਨੇ ਫੈਡਰਲ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਕੈਲੀਫੋਰਨੀਆ ਅਤੇ ਨਿਊਯਾਰਕ ਤੋਂ CDL ਜਾਰੀ ਕਰਨ ਦਾ ਅਧਿਕਾਰ ਖੋਲਿਆ ਜਾਵੇ। 10 ਜੂਨ ਨੂੰ ਦਾਇਰ ਕੀਤੀ ਗਈ ਇਸ ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਹੀ ਦੋਵੇਂ ਰਾਜਾਂ ਨੂੰ ਫੈਡਰਲ CDL ਨਿਯਮਾਂ ਦੀ ਗੰਭੀਰ ਉਲੰਘਣਾ ਕਰਨ ਵਾਲਾ ਕਰਾਰ ਦਿੱਤਾ ਸੀ।
ਪਰ ਇਸ ਦੇ ਬਾਵਜੂਦ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਕਾਨੂੰਨ ਦੇ ਅਨੁਸਾਰ ਕਾਰਵਾਈ ਨਹੀਂ ਕੀਤੀ। CBTC ਦਾ ਦਾਅਵਾ ਹੈ ਕਿ ਜਦੋਂ ਕੋਈ ਰਾਜ CDL ਨਿਯਮਾਂ ਦੀ ਸਬਸਟੇਸ਼ਨਲ ਨੌਨ ਕੰਪਲਾਇੰਸ ਵਿੱਚ ਪਾਇਆ ਜਾਂਦਾ ਹੈ ਤਾਂ ਫੈਡਰਲ ਕਾਨੂੰਨ ਮੁਤਾਬਕ ਉਹ ਰਾਜ ਨੂੰ CDL ਜਾਰੀ ਕਰਨ ਤੋਂ ਰੋਕਣਾ ਲਾਜ਼ਮੀ ਹੁੰਦਾ ਹੈ। ਸੰਸਥਾ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਕੈਲੀਫੋਰਨੀਆ ਅਤੇ ਨਿਊਯਾਰਕ ਦੇ CDL ਪ੍ਰੋਗਰਾਮਾਂ ਨੂੰ ਡੀਸਰਟੀਫਾਈ ਕੀਤਾ ਜਾਵੇ। ਇਹ ਮਾਮਲਾ ਉਸ ਸਮੇਂ ਹੋਰ ਗੰਭੀਰ ਬਣ ਗਿਆ ਜਦੋਂ 29 ਮਈ ਨੂੰ ਵਰਜੀਨੀਆ ਦੀ ਇੰਟਰਸਟੇਟ 95 ਤੇ ਇੱਕ ਭਿਆਨਕ ਬੱਸ ਹਾਦਸਾ ਵਾਪਰਿਆ ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋਏ। CBTC ਨੇ ਅਦਾਲਤ ਵਿੱਚ ਕਿਹਾ ਹੈ ਕਿ ਇਸ ਹਾਦਸੇ ਨੇ ਫੈਡਰਲ CDL ਮਿਆਰਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਨੂੰ ਉਜਾਗਰ ਕੀਤਾ ਹੈ। ਸੰਸਥਾ ਦੇ ਅਨੁਸਾਰ ਹਾਦਸੇ ਦੇ ਵਿੱਚ ਸ਼ਾਮਲ ਡਰਾਈਵਰ ਦੇ ਕੋਲ ਨਿਊਯਾਰਕ ਤੋਂ ਜਾਰੀ ਕੀਤਾ ਗਿਆ CDL ਸੀ ਅਤੇ ਉਸ ਦੀ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਬਾਰੇ ਸਵਾਲ ਉਠਾਏ ਗਏ ਸਨ। ਹਾਲਾਂਕਿ ਅੰਤਿਮ ਜਾਂਚ ਅਜੇ ਵੀ ਜਾਰੀ ਹੈ ਅਤੇ ਕਿਸੇ ਅਦਾਲਤ ਨੇ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਨਤੀਜਾ ਨਹੀਂ ਕੱਢਿਆ। CBTC ਦਾ ਕਹਿਣਾ ਹੈ ਕਿ FMCSA ਵੱਲੋਂ ਕੀਤੇ ਗਏ ਰਾਸ਼ਟਰੀ ਆਡਿਟ ਦੇ ਦੌਰਾਨ ਪਹਿਲਾਂ 24 ਰਾਜਾਂ ਅਤੇ ਵਾਸ਼ਿੰਗਟਨ DC ਨੂੰ CDL ਨਿਯਮਾਂ ਦੀ ਉਲੰਘਣਾ ਕਰਨ ਵਾਲਾ ਪਾਇਆ ਗਿਆ ਸੀ। ਬਾਅਦ ਵਿੱਚ ਕੈਲੀਫੋਰਨੀਆ ਅਤੇ ਨਿਊਯਾਰਕ ਨੂੰ ਖਾਸ ਤੌਰ ਤੇ ਨੌਨ ਡੋਮਿਸਾਈਲਡ CDL ਅਤੇ ਪਰਮਿਟ ਅਰਜ਼ੀਆਂ ਦੀ ਜਾਂਚ ਵਿੱਚ ਗੰਭੀਰ ਕਮੀਆਂ ਲਈ ਨੋਟਿਸ ਜਾਰੀ ਕੀਤੇ ਗਏ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਕਿ ਫੈਡਰਲ ਜਾਂਚ ਦੇ ਦੌਰਾਨ ਨਿਊਯਾਰਕ ਦੀ ਗੈਰ ਪਾਲਣਾਦਾਰ 55% ਤੋਂ ਵੱਧ ਸੀ ਜਦਕਿ ਕੈਲੀਫੋਰਨੀਆ ਦੀ ਲਗਭਗ 25% ਸੀ। CBTC ਦਾ ਮਤ ਹੈ ਕਿ ਇਹ ਆંકੜੇ ਆਪਣੇ ਆਪ ਦੇ ਵਿੱਚ ਡੀਸਰਟੀਫਿਕੇਸ਼ਨਸ ਲਈ ਕਾਫੀ ਹਨ। ਇਹ ਮਾਮਲਾ ਇਮੀਗ੍ਰੇਸ਼ਨ ਨੀਤੀਆਂ ਨਾਲ ਵੀ ਜੁੜ ਗਿਆ ਹੈ। ਪਿਛਲੇ ਕੁਝ ਸਾਲਾਂ ਦੌਰਾਨ ਕੈਲੀਫੋਰਨੀਆ ਅਤੇ ਕੁਝ ਹੋਰ ਰਾਜਾਂ ਨੇ ਕੁਝ ਹਾਲਾਤਾਂ ਦੇ ਵਿੱਚ ਗੈਰ ਨਾਗਰਿਕ ਜਾਂ ਨੌਨ ਡੋਮਿਸਾਈਲਡ ਡਰਾਈਵਰਾਂ ਨੂੰ CDL ਜਾਰੀ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਨੀਤੀ ਦੀ ਆਲੋਚਨਾ ਕਰਦਿਆਂ ਕਈ ਸੰਸਥਾਵਾਂ ਦਾ ਇਹ ਕਹਿਣਾ ਸੀ ਕਿ ਇਸ ਨਾਲ ਫੈਡਰਲ ਸੁਰੱਖਿਆ ਮਿਆਰਾਂ ਤੇ ਅਸਰ ਪੈ ਸਕਦਾ ਹੈ, ਜਦਕਿ ਸਮਰਥਕਾਂ ਦਾ ਮਤ ਹੈ ਕਿ ਸਾਰੇ ਯੋਗ ਡਰਾਈਵਰਾਂ ਨੂੰ ਕਾਨੂੰਨੀ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਟਰੰਪ ਪ੍ਰਸ਼ਾਸਨ ਨੇ ਨੈਚੁਰਲਾਈਜੇਸ਼ਨ ਰਾਹੀਂ ਅਮਰੀਕੀ ਨਾਗਰਿਕ ਬਣੇ ਲੋਕਾਂ ਦੀ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਨੂੰ ਤੇਜ਼ ਕਰਨ ਦੀ ਯੋਜਨਾ ਬਣਾਈ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਨਿਆਂ ਵਿਭਾਗ ਅਕਤੂਬਰ 2026 ਤੱਕ ਘੱਟੋ-ਘੱਟ 250 ਡੀਨੈਚੁਰਲਾਈਜੇਸ਼ਨ ਕੇਸ ਅਦਾਲਤਾਂ ਵਿੱਚ ਦਾਇਰ ਕਰਨ ਦੀ ਤਿਆਰੀ ਕਰ ਰਿਹਾ ਹੈ, ਜੋ ਪਿਛਲੇ ਕਈ ਸਾਲਾਂ ਨਾਲੋਂ ਕਾਫੀ ਵੱਡੀ ਗਿਣਤੀ ਮੰਨੀ ਜਾ ਰਹੀ ਹੈ। ਟਰੰਪ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਇਹ ਕਾਰਵਾਈ ਉਹਨਾਂ ਲੋਕਾਂ ਦੇ ਖਿਲਾਫ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਨਾਗਰਿਕਤਾ ਹਾਸਲ ਕਰਦੇ ਸਮੇਂ ਧੋਖਾਧੜੀ ਕੀਤੀ, ਅਹਿਮ ਜਾਣਕਾਰੀ ਲੁਕਾਈ ਜਾਂ ਗੰਭੀਰ ਅਪਰਾਧ ਬਾਰੇ ਗਲਤ ਬਿਆਨ ਦਿੱਤੇ। ਨਿਆਂ ਵਿਭਾਗ ਪਹਿਲਾਂ ਹੀ ਕਈ ਅਜਿਹੇ ਕੇਸ ਦਾਇਰ ਕਰ ਚੁੱਕਿਆ ਹੈ ਅਤੇ ਸੈਂਕੜਿਆਂ ਹੋਰ ਮਾਮਲਿਆਂ ਦੀ ਜਾਂਚ ਜਾਰੀ ਹੈ। ਹਾਲਾਂਕਿ ਇਹ ਸਮਝਣਾ ਮਹੱਤਵਪੂਰਨ ਹੈ ਕਿ ਅਮਰੀਕੀ ਨਾਗਰਿਕਤਾ ਕਿਸੇ ਪ੍ਰਸ਼ਾਸਨਿਕ ਹੁਕਮ ਨਾਲ ਸਿੱਧੀ ਤਰ੍ਹਾਂ ਖਤਮ ਨਹੀਂ ਕੀਤੀ ਜਾ ਸਕਦੀ। ਸਰਕਾਰ ਨੂੰ ਫੈਡਰਲ ਅਦਾਲਤ ਵਿੱਚ ਕੇਸ ਦਾਇਰ ਕਰਨਾ ਪੈਂਦਾ ਹੈ ਅਤੇ ਜੱਜ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਨਾਗਰਿਕਤਾ ਧੋਖੇ ਜਾਂ ਗਲਤ ਜਾਣਕਾਰੀ ਦੇ ਆਧਾਰ ਤੇ ਪ੍ਰਾਪਤ ਕੀਤੀ ਗਈ ਸੀ। ਕਾਨੂੰਨੀ ਮਾਹਰਾਂ ਦੇ ਅਨੁਸਾਰ ਇਹ ਇੱਕ ਲੰਬੀ ਅਤੇ ਮੁਸ਼ਕਿਲ ਪ੍ਰਕਿਰਿਆ ਹੈ ਅਤੇ ਸਰਕਾਰ ਉੱਤੇ ਸਬੂਤ ਪੇਸ਼ ਕਰਨ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਇਮੀਗ੍ਰੇਸ਼ਨ ਮਾਹਰਾਂ ਦਾ ਇਹ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਗ੍ਰੀਨ ਕਾਰਡ ਜਾਂ ਨਾਗਰਿਕਤਾ ਅਰਜ਼ੀ ਵਿੱਚ ਸਹੀ ਜਾਣਕਾਰੀ ਦਿੱਤੀ ਸੀ ਅਤੇ ਜਿਨ੍ਹਾਂ ਦੇ ਉੱਤੇ ਧੋਖਾਧੜੀ ਦੇ ਕੋਈ ਦੋਸ਼ ਨਹੀਂ ਹਨ, ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਮੌਜੂਦਾ ਕਾਰਵਾਈ ਮੁੱਖ ਤੌਰ ਤੇ ਉਹਨਾਂ ਕੇਸਾਂ ਉੱਤੇ ਕੇਂਦਰਿਤ ਦੱਸੀ ਜਾ ਰਹੀ ਹੈ ਜਿੱਥੇ ਅਧਿਕਾਰੀਆਂ ਨੂੰ ਇਮੀਗ੍ਰੇਸ਼ਨ ਧੋਖਾਧੜੀ, ਗੰਭੀਰ ਅਪਰਾਧ ਜਾਂ ਝੂਠੇ ਬਿਆਨਾਂ ਦੇ ਸਬੂਤ ਮਿਲੇ ਹਨ। ਇਹ ਮਾਮਲਾ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੀਤੀਆਂ ਬਾਰੇ ਚੱਲ ਰਹੀ ਵੱਡੀ ਬਹਿਸ ਦਾ ਹਿੱਸਾ ਬਣ ਗਿਆ ਹੈ। ਸਮਰਥਕਾਂ ਦਾ ਕਹਿਣਾ ਹੈ ਕਿ ਇਸ ਨਾਲ ਇਮੀਗ੍ਰੇਸ਼ਨ ਪ੍ਰਣਾਲੀ ਦੀ ਇਮਾਨਦਾਰੀ ਬਣੀ ਰਹੇਗੀ, ਜਦਕਿ ਆਲੋਚਕਾਂ ਦਾ ਦਾਅਵਾ ਹੈ ਕਿ ਇਸ ਨਾਲ ਕੁਦਰਤੀਕਰਨ ਯਾਨੀ ਕਿ ਨੈਚੁਰਲਾਈਜੇਸ਼ਨ ਰਾਹੀਂ ਨਾਗਰਿਕ ਬਣੇ ਲੱਖਾਂ ਲੋਕਾਂ ਵਿੱਚ ਡਰ ਅਤੇ ਅਨਿਸ਼ਚਿਤਤਾ ਦਾ ਮਾਹੌਲ ਪੈਦਾ ਹੋ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੇ ਨਾਗਰਿਕਤਾ ਲੈਂਦੇ ਸਮੇਂ ਕੋਈ ਧੋਖਾਧੜੀ ਨਹੀਂ ਕੀਤੀ ਅਤੇ ਸਾਰੇ ਦਸਤਾਵੇਜ਼ ਸਹੀ ਦਿੱਤੇ ਹਨ ਤਾਂ ਸਿਰਫ ਜੋ ਨੈਚੁਰਲਾਈਜੇਸ਼ਨ ਰਾਹੀਂ ਨਾਗਰਿਕ ਬਣਨ ਕਰਕੇ ਉਸ ਦੀ ਨਾਗਰਿਕਤਾ ਆਪਣੇ ਆਪ ਖਤਰੇ ਵਿੱਚ ਨਹੀਂ ਆਉਂਦੀ। ਅਮਰੀਕਾ ਦੇ ਇਮੀਗ੍ਰੇਸ਼ਨ ਸਿਸਟਮ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। CBS ਨਿਊਜ਼ ਦੀ ਇੱਕ ਵਿਸ਼ੇਸ਼ ਰਿਪੋਰਟ ਦੇ ਅਨੁਸਾਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ USCIS ਇੱਕ ਅਜਿਹੀ ਨੀਤੀ ਤੇ ਕੰਮ ਕਰ ਰਹੇ ਹਨ ਜਿਸ ਦੇ ਤਹਿਤ ਕੁਝ ਅਸਾਈਲਮ ਅਰਜ਼ੀਆਂ ਨੂੰ ਬਿਨਾਂ ਇੰਟਰਵਿਊ ਕੀਤੇ ਹੀ ਰੱਦ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਅੰਦਰੂਨੀ ਸਰਕਾਰੀ ਦਸਤਾਵੇਜ਼ਾਂ ਦੇ ਆਧਾਰ ਤੇ ਸਾਹਮਣੇ ਆਈ ਹੈ। ਮੌਜੂਦਾ ਪ੍ਰਕਿਰਿਆ ਦੇ ਅਨੁਸਾਰ ਜ਼ਿਆਦਾਤਰ ਅਸਾਈਲਮ ਅਰਜ਼ੀਕਾਰਾਂ ਨੂੰ ਆਪਣਾ ਕੇਸ ਪੇਸ਼ ਕਰਨ ਲਈ ਇੰਟਰਵਿਊ ਦਾ ਮੌਕਾ ਦਿੱਤਾ ਜਾਂਦਾ ਹੈ, ਪਰ ਪ੍ਰਸਤਾਵਿਤ ਨਿਯਮਾਂ ਅਧੀਨ
ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕੁਝ ਮਾਮਲਿਆਂ ਵਿੱਚ ਪਹਿਲੇ ਪੜਾਅ ਤੇ ਹੀ ਅਰਜ਼ੀ ਰੱਦ ਕਰਨ ਦਾ ਅਧਿਕਾਰ ਮਿਲ ਸਕਦਾ ਹੈ, ਜੇ ਉਹ ਸਮਝਣ ਕਿ ਅਰਜ਼ੀ ਕਾਨੂੰਨੀ ਸ਼ਰਤਾਂ ਨੂੰ ਪੂਰਾ ਨਹੀਂ ਕਰਦੀ। CBSE ਨਿਊਜ਼ ਮੁਤਾਬਕ ਇਹ ਯੋਜਨਾ ਖਾਸ ਤੌਰ ਤੇ ਉਹਨਾਂ ਕੇਸਾਂ ਨੂੰ ਨਿਸ਼ਾਨਾ ਬਣਾ ਸਕਦੀ ਹੈ ਜਿੱਥੇ ਅਸਾਈਲਮ ਲਈ ਅਰਜ਼ੀ 1 ਸਾਲ ਦੀ ਕਾਨੂੰਨੀ ਮਿਆਦ ਤੋਂ ਬਾਅਦ ਦਿੱਤੀ ਗਈ ਹੋਵੇ। ਮੌਜੂਦਾ ਕਾਨੂੰਨ ਦੇ ਵਿੱਚ ਕੁਝ ਛੋਟਾਂ ਮੌਜੂਦ ਹਨ, ਜਿਵੇਂ ਕਿ ਪਰ ਨਵੇਂ ਪ੍ਰਸਤਾਵ ਦੇ ਨਾਲ ਇਹਨਾਂ ਛੋਟਾਂ ਦੀ ਵਿਆਖਿਆ ਹੋਰ ਸਖਤ ਹੋ ਸਕਦੀ ਹੈ। ਟਰੰਪ ਪ੍ਰਸ਼ਾਸਨ ਦਾ ਦਲੀਲ ਹੈ ਕਿ ਅਸਾਈਲਮ ਪ੍ਰਣਾਲੀ ਵਿੱਚ ਧੋਖਾਧੜੀ ਅਤੇ ਬੈਕਲੌਗ ਵੱਡੀ ਸਮੱਸਿਆ ਬਣ ਚੁੱਕੇ ਹਨ ਅਤੇ ਤੇਜ਼ ਫੈਸਲੇ ਕਰਨ ਨਾਲ ਲੱਖਾਂ ਲੰਬਿਤ ਕੇਸਾਂ ਦਾ ਬੋਝ ਘਟਾਇਆ ਜਾ ਸਕੇਗਾ। ਦੂਜੇ ਪਾਸੇ ਇਮੀਗ੍ਰੇਸ਼ਨ ਵਕੀਲਾਂ ਅਤੇ ਅਧਿਕਾਰ ਸੰਸਥਾਵਾਂ ਦਾ ਇਹ ਕਹਿਣਾ ਹੈ ਕਿ ਬਿਨਾਂ ਇੰਟਰਵਿਊ ਕਿਸੇ ਵਿਅਕਤੀ ਦੇ ਡਰ, ਜ਼ੁਲਮ ਜਾਂ ਤਸ਼ੱਦਦ ਦੇ ਦਾਅਵੇ ਦੀ ਪੂਰੀ ਜਾਂਚ ਨਹੀਂ ਹੋ ਸਕਦੀ, ਜਿਸ ਨਾਲ ਅਸਲ ਸ਼ਰਨਾਰਥੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ ਅਜੇ ਅੰਤਿਮ ਨਿਯਮ ਜਾਰੀ ਨਹੀਂ ਹੋਏ ਹਨ ਅਤੇ ਸੰਭਾਵਨਾ ਹੈ ਕਿ ਜੇ ਇਹ ਨੀਤੀ ਅੱਗੇ ਵਧਦੀ ਹੈ ਤਾਂ ਇਸ ਨੂੰ ਫੈਡਰਲ ਅਦਾਲਤਾਂ ਵਿੱਚ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇ। ਅਮਰੀਕਾ ਵਿੱਚ ਰਹਿ ਰਹੇ ਅਸਾਈਲਮ ਅਰਜ਼ੀਕਾਰਾਂ ਲਈ ਇਹ ਖਬਰ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ, ਕਿਉਂਕਿ ਜੇ ਇਹ ਨਿਯਮ ਲਾਗੂ ਹੋ ਜਾਂਦਾ ਹੈ ਤਾਂ ਅਸਾਈਲਮ ਪ੍ਰਕਿਰਿਆ ਪਹਿਲਾਂ ਨਾਲੋਂ ਕਾਫੀ ਸਖਤ ਅਤੇ ਤੇਜ਼ ਹੋ ਸਕਦੀ ਹੈ। ਇਸ ਲਈ ਇਮੀਗ੍ਰੇਸ਼ਨ ਮਾਹਰਾਂ ਦੀ ਸਲਾਹ ਹੈ ਕਿ ਜਿਨ੍ਹਾਂ ਲੋਕਾਂ ਦੇ ਅਸਾਈਲਮ ਕੇਸ ਚੱਲ ਰਹੇ ਹਨ ਉਹ ਆਪਣੇ ਵਕੀਲ ਦੇ ਨਾਲ ਸੰਪਰਕ ਵਿੱਚ ਰਹਿਣ ਅਤੇ ਸਾਰੇ ਦਸਤਾਵੇਜ਼ ਸਮੇਂ ਸਿਰ ਤਿਆਰ ਰੱਖਣ। ਅਮਰੀਕਾ ਅਤੇ ਈਰਾਨ ਦੇ ਵਿਚਾਲੇ ਹੋਏ ਸ਼ੁਰੂਆਤੀ ਸ਼ਾਂਤੀ ਸਮਝੌਤੇ ਦੇ ਲੀਕ ਹੋਏ ਮਸੌਦੇ ਦੇ ਦੁਨੀਆ ਭਰ ਵਿੱਚ ਚਰਚਾ ਛੇੜ ਦਿੱਤੀ ਹੈ। ਸਭ ਤੋਂ ਵੱਧ ਧਿਆਨ $300 ਬਿਲੀਅਨ ਦੀ ਉਸ ਆਰਥਿਕ ਵਿਕਾਸ ਯੋਜਨਾ ਵੱਲ ਹੈ ਜਿਸ ਨੂੰ ਟਰੰਪ ਪ੍ਰਸ਼ਾਸਨ ਮੱਧ ਪੂਰਬ ਵਿੱਚ ਸਥਿਰਤਾ ਅਤੇ ਈਰਾਨ ਦੀ ਮੁੜ ਉਸਾਰੀ ਲਈ ਜ਼ਰੂਰੀ ਦੱਸ ਰਿਹਾ ਹੈ। ਰਾਸ਼ਟਰਪਤੀ ਟਰੰਪ ਨੇ ਸਪਸ਼ਟ ਕੀਤਾ ਕਿ ਅਮਰੀਕਾ ਈਰਾਨ ਨੂੰ ਸਿੱਧਾ $300 ਬਿਲੀਅਨ ਨਹੀਂ ਦੇਵੇਗਾ। ਉਹਨਾਂ ਦੇ ਅਨੁਸਾਰ ਇਹ ਰਕਮ ਮੁੱਖ ਤੌਰ ਤੇ ਖਾੜੀ ਦੇਸ਼ਾਂ, ਨਿੱਜੀ ਨਿਵੇਸ਼ਕਾਂ ਅਤੇ ਅੰਤਰਰਾਸ਼ਟਰੀ ਆਰਥਿਕ ਪ੍ਰੋਜੈਕਟਾਂ ਰਾਹੀਂ ਈਰਾਨ ਦੀ ਆਰਥਿਕਤਾ ਵਿੱਚ ਲਗਾਈ ਜਾਵੇਗੀ। ਟਰੰਪ ਨੇ ਇਹ ਵੀ ਮੰਨਿਆ ਕਿ ਈਰਾਨ ਦੇ ਜਮੇ ਹੋਏ ਕਿ ਫਰੋਜ਼ਨ ਅਰਬਾਂ ਡਾਲਰ ਦੇ ਫੰਡ ਭਵਿੱਖ ਵਿੱਚ ਰਿਹਾ ਕੀਤੇ ਜਾ ਸਕਦੇ ਹਨ, ਕਿਉਂਕਿ ਉਹ ਰਕਮ ਅਮਰੀਕਾ ਦੀ ਨਹੀਂ ਸਗੋਂ ਈਰਾਨ ਦੀ ਆਪਣੀ ਸੰਪਤੀ ਹੈ। ਸਮਝੌਤੇ ਦੇ ਅਨੁਸਾਰ ਅਮਰੀਕਾ ਖਾੜੀ ਦੇ ਸਾਥੀ ਦੇਸ਼ਾਂ ਨਾਲ ਮਿਲ ਕੇ ਘੱਟੋ-ਘੱਟ $300 ਬਿਲੀਅਨ ਦੇ ਵਿਕਾਸ ਪੈਕੇਜ ਤੇ ਕੰਮ ਕਰੇਗਾ। ਇਹ ਰਕਮ ਈਰਾਨ ਦੇ ਬੁਨਿਆਦੀ ਢਾਂਚੇ, ਊਰਜਾ ਖੇਤਰ, ਉਦਯੋਗ, ਆਵਾਜਾਈ, ਬੰਦਰਗਾਹਾਂ ਅਤੇ ਆਰਥਿਕ ਪੁਨਰ ਨਿਰਮਾਣ ਲਈ ਵਰਤੀ ਜਾ ਸਕਦੀ ਹੈ। ਹਾਲਾਂਕਿ ਇਸ ਪੈਕੇਜ ਦਾ ਅੰਤਿਮ ਢਾਂਚਾ ਅਜੇ ਤੈਅ ਨਹੀਂ ਹੋਇਆ ਅਤੇ ਅਗਲੇ 60 ਦਿਨਾਂ ਦੀ ਗੱਲਬਾਤ ਦੌਰਾਨ ਇਸ ਨੂੰ ਅੰਤਿਮ ਰੂਪ ਦਿੱਤਾ ਜਾਣਾ ਹੈ। ਇਸ ਸਮਝੌਤੇ ਦਾ ਇੱਕ ਹੋਰ ਵੱਡਾ ਹਿੱਸਾ ਪਾਬੰਦੀਆਂ ਵਿੱਚ ਰਾਹਤ ਹੈ। ਮਸੌਦੇ ਮੁਤਾਬਕ ਅਮਰੀਕਾ ਅਤੇ ਇਸ ਦੇ ਸਾਥੀ ਈਰਾਨ ਉੱਤੇ ਲਗਾਈਆਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ IAEA ਅਤੇ ਅਮਰੀਕੀ ਪ੍ਰਾਇਮਰੀ ਤੇ ਸੈਕੰਡਰੀ ਪਾਬੰਦੀਆਂ ਨੂੰ ਇੱਕ ਸਹਿਮਤ ਸਮਾਂ ਸੂਚੀ ਤਹਿਤ ਹਟਾਉਣ ਦੇ ਲਈ ਕੰਮ ਕਰਨਗੇ। ਇਸ ਨਾਲ ਈਰਾਨ ਨੂੰ ਮੁੜ ਵਿਸ਼ਵ ਬਾਜ਼ਾਰਾਂ ਦੇ ਵਿੱਚ ਦਾਖਲਾ ਮਿਲ ਸਕਦਾ ਹੈ। ਖਾਸ ਤੌਰ ਤੇ ਅਮਰੀਕੀ ਖਜ਼ਾਨਾ ਵਿਭਾਗ ਟ੍ਰੈਜਰੀ ਡਿਪਾਰਟਮੈਂਟ ਈਰਾਨੀ ਕੱਚੇ ਤੇਲ, ਪੈਟਰੋਲੀਅਮ ਉਤਪਾਦਾਂ ਅਤੇ ਸੰਬੰਧਿਤ ਬੈਂਕਿੰਗ, ਬੀਮਾ ਅਤੇ ਆਵਾਜਾਈ ਸੇਵਾਵਾਂ ਲਈ ਛੂਟ ਜਾਰੀ ਕਰ ਸਕਦਾ ਹੈ। ਇਸ ਦਾ ਮਤਲਬ ਹੈ ਕਿ ਈਰਾਨ ਦੁਬਾਰਾ ਵੱਡੇ ਪੱਧਰ ਤੇ ਤੇਲ ਨਿਰਯਾਤ ਕਰ ਸਕੇਗਾ, ਜਿਸ ਨਾਲ ਦੁਨਿਆਵੀ ਤੇਲ ਬਾਜ਼ਾਰਾਂ ਵਿੱਚ ਸਪਲਾਈ ਵਧੇਗੀ ਅਤੇ ਕੀਮਤਾਂ ਦੇ ਦਬਾਅ ਘੱਟ ਹੋ ਸਕਦਾ ਹੈ। ਸਮਝੌਤੇ ਵਿੱਚ ਈਰਾਨ ਦੇ ਜਮੇ ਹੋਏ ਫੰਡਾਂ ਅਤੇ ਸੰਪਤੀਆਂ ਨੂੰ ਵੀ ਮੁੜ ਵਰਤੋਂ ਲਈ ਉਪਲਬਧ ਕਰਵਾਉਣ ਦੀ ਗੱਲ ਕੀਤੀ ਗਈ ਹੈ। ਕਈ ਸਾਲਾਂ ਤੋਂ ਅਮਰੀਕੀ ਅਤੇ ਅੰਤਰਰਾਸ਼ਟਰੀ ਪਾਬੰਦੀਆਂ ਕਾਰਨ ਈਰਾਨ ਦੇ ਅਰਬਾਂ ਡਾਲਰ ਵਿਦੇਸ਼ੀ ਬੈਂਕਾਂ ਵਿੱਚ ਜਮੇ ਹੋਏ ਹਨ। ਦੋਵੇਂ ਪੱਖ ਅਜੇ ਇਹ ਤੈਅ ਕਰਨਗੇ ਕਿ ਇਹ ਫੰਡ ਕਿਸ ਤਰੀਕੇ ਨਾਲ ਅਤੇ ਕਿਹੜੀਆਂ ਸ਼ਰਤਾਂ ਹੇਠ ਜਾਰੀ ਕੀਤੇ ਜਾਣਗੇ। ਪਰਮਾਣੂ ਮਸਲੇ ਤੇ ਈਰਾਨ ਨੇ ਦੁਬਾਰਾ ਭਰੋਸਾ ਦਿੱਤਾ ਹੈ ਕਿ ਉਹ ਪਰਮਾਣੂ ਹਥਿਆਰ ਤਿਆਰ ਨਹੀਂ ਕਰੇਗਾ। ਇਸ ਨਾਲ ਹੀ ਉੱਚ ਪੱਧਰੀ ਇਨਰਿਚਡ ਯੂਰੇਨੀਅਮ ਦੇ ਭਵਿੱਖ ਬਾਰੇ ਇੱਕ ਸਾਂਝਾ ਮੈਕੈਨਿਜ਼ਮ ਬਣਾਇਆ ਜਾਵੇਗਾ। ਘੱਟੋ ਘੱਟ ਸ਼ਰਤ ਇਹ ਹੈ ਕਿ ਮੌਜੂਦਾ ਜੋ ਯੂਰੇਨੀਅਮ ਹੈ, ਇਨਰਿਚ ਯੂਰੇਨੀਅਮ ਨੂੰ IAEA ਦੀ ਨਿਗਰਾਨੀ ਹੇਠ ਘੱਟ ਇਨਰਿਚਡ ਪੱਧਰ ਤੇ ਲਿਆਂਦਾ ਜਾਵੇ। ਇਸ ਸਮਝੌਤੇ ਦਾ ਇੱਕ ਹੋਰ ਮਹੱਤਵਪੂਰਨ ਪੱਖ ਸਟ੍ਰੇਟ ਆਫ ਹਾਰਮੁਜ਼ ਨਾਲ ਜੁੜਿਆ ਹੋਇਆ ਹੈ। ਇਹ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਤੇਲ ਰਸਤਾ ਮੰਨਿਆ ਜਾਂਦਾ ਹੈ। ਸਮਝੌਤੇ ਦੇ ਅਨੁਸਾਰ ਈਰਾਨ ਤੁਰੰਤ ਵਪਾਰਕ ਜਹਾਜ਼ਰਾਨੀ ਨੂੰ ਬਹਾਲ ਕਰੇਗਾ ਅਤੇ 30 ਦਿਨ ਅੰਦਰ ਰਸਤੇ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੀ ਕੋਸ਼ਿਸ਼ ਕਰੇਗਾ। ਈਰਾਨ ਨੂੰ ਮਾਇਨਾ ਅਤੇ ਹੋਰ ਫੌਜੀ ਰੁਕਾਵਟਾਂ ਹਟਾਉਣੀਆਂ ਪੈਣਗੀਆਂ ਅਤੇ 60 ਦਿਨਾਂ ਦੇ ਇਸ ਸਮਝੌਤੇ ਦੌਰਾਨ ਕਿਸੇ ਵੀ ਵਪਾਰਕ ਜਹਾਜ਼ ਤੋਂ ਸੁਰੱਖਿਅਤ ਲੰਘਣ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਹਾਲਾਂਕਿ ਸਮਝੌਤੇ ਦੇ ਲਾਗੂ ਹੋਣ ਤੋਂ ਬਾਅਦ ਕਈ ਸਵਾਲ ਹਲੇ ਬਾਕੀ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਈਰਾਨ ਭਵਿੱਖ ਵਿੱਚ ਸਮਝੌਤੇ ਦੀ ਉਲੰਘਣਾ ਕਰਦਾ ਹੈ ਤਾਂ ਕੀ ਹੋਵੇਗਾ।
ਨਿਊਯਾਰਕ ਦੇ ਸਭ ਤੋਂ ਵੱਡੇ ਸਿਹਤ ਪ੍ਰੋਗਰਾਮਾਂ ਵਿੱਚੋਂ ਇੱਕ ਮੈਡੀਕੇਡ ਦੇ ਕੰਜ਼ਿਊਮਰ ਡਾਇਰੈਕਟਡ ਪਰਸਨਲ ਅਸਿਸਟੈਂਟ ਪ੍ਰੋਗਰਾਮ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਅਮਰੀਕੀ ਡਿਪਾਰਟਮੈਂਟ ਆਫ ਜਸਟਿਸ ਨੇ ਨਿਊਯਾਰਕ ਰਾਜ ਅਤੇ ਇੱਕ ਨਿੱਜੀ ਕੰਪਨੀ ਖਿਲਾਫ ਫੈਡਰਲ ਅਦਾਲਤ ਵਿੱਚ ਮੁਕੱਦਮਾ ਦਾਇਰ ਕਰਦਿਆਂ ਦੋਸ਼ ਲਗਾਇਆ ਹੈ ਕਿ ਟੈਕਸ ਦਾਤਾਵਾਂ ਦੇ ਕਰੋੜਾਂ ਡਾਲਰ ਗਲਤ ਤਰੀਕੇ ਨਾਲ ਖਰਚ ਕੀਤੇ ਗਏ ਅਤੇ ਠੇਕੇ ਦੀ ਪ੍ਰਕਿਰਿਆ ਵਿੱਚ ਗੰਭੀਰ ਬੇਨਿਯਮੀਆਂ ਹੋਈਆਂ ਹਨ। ਸੋ ਮੁਕੱਦਮੇ ਦੇ ਅਨੁਸਾਰ ਨਿਊਯਾਰਕ ਸਟੇਟ ਡਿਪਾਰਟਮੈਂਟ ਆਫ ਹੈਲਥ ਨੇ 2024 ਵਿੱਚ ਜਾਰਜੀਆ ਆਧਾਰਿਤ ਕੰਪਨੀ ਪਬਲਿਕ ਪਾਰਟਨਰਸ਼ਿਪਸ LLC ਨੂੰ CDPAP ਪ੍ਰੋਗਰਾਮ ਚਲਾਉਣ ਲਈ ਬਹੁਤ ਵੱਡਾ ਠੇਕਾ ਦਿੱਤਾ। DOJ ਦਾ ਦੋਸ਼ ਹੈ ਕਿ ਇਹ ਠੇਕਾ ਇੱਕ ਸ਼ੈਮ ਬਿਡ ਪ੍ਰਕਿਰਿਆ ਰਾਹੀਂ ਦਿੱਤਾ ਗਿਆ, ਜਿਸ ਵਿੱਚ ਪਹਿਲਾਂ ਹੀ PPL ਨੂੰ ਚੁਣ ਲਿਆ ਗਿਆ ਸੀ ਅਤੇ ਮੁਕਾਬਲੇ ਵਾਲੀ ਬੋਲੀ ਪ੍ਰਕਿਰਿਆ ਸਿਰਫ ਦਿਖਾਵੇ ਲਈ ਕੀਤੀ ਗਈ ਸੀ। ਫੈਡਰਲ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਨਿਊਯਾਰਕ ਸਰਕਾਰ ਨੂੰ ਇਹ ਪਤਾ ਲੱਗਣ ਦੇ ਬਾਵਜੂਦ ਕਿ PPL ਠੇਕੇ ਦੀਆਂ ਸ਼ਰਤਾਂ ਤੋਂ ਹਟ ਕੇ ਕੰਮ ਕਰ ਰਹੀ ਹੈ, ਉਸ ਦੇ ਖਿਲਾਫ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ। DOJ ਦਾ ਕਹਿਣਾ ਹੈ ਕਿ ਇਸ ਕਾਰਨ ਟੈਕਸ ਦਾਤਾਵਾਂ ਦੇ ਬਿਲੀਅਨ ਡਾਲਰ ਦੀ ਰਕਮ ਬਿਨਾਂ ਅਧਿਕਾਰ ਦੇ ਖਰਚ ਹੋਈ ਹੈ। CDPAP ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਦੇ ਤਹਿਤ ਮੈਡੀਕੇਡ ਲਾਭਪਾਤਰੀ ਆਪਣੇ ਘਰ ਵਿੱਚ ਦੇਖਭਾਲ ਕਰਨ ਲਈ ਪਰਿਵਾਰਕ ਮੈਂਬਰਾਂ ਜਾਂ ਹੋਰ ਸਹਾਇਕ ਨੂੰ ਨਿਯੁਕਤ ਕਰ ਸਕਦੇ ਹਨ। ਇਹ ਪ੍ਰੋਗਰਾਮ ਖਾਸ ਤੌਰ ਤੇ ਅਪਾਹਜ, ਬਜ਼ੁਰਗ ਅਤੇ ਗੰਭੀਰ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਰਾਜ ਦੇ ਅੰਕੜਿਆਂ ਮੁਤਾਬਕ ਇਸ ਪ੍ਰੋਗਰਾਮ ਦੀ ਸਾਲਾਨਾ ਲਾਗਤ 10 ਬਿਲੀਅਨ ਡਾਲਰ ਤੋਂ ਵੱਧ ਹੈ। ਇਸ ਰਾਹੀਂ 2,50,000 ਤੋਂ ਵੱਧ ਮਰੀਜ਼ ਅਤੇ ਲਗਭਗ 3 ਲੱਖ ਦੇਖਭਾਲ ਕਰਨ ਵਾਲੇ ਲੋਕ ਜੁੜੇ ਹੋਏ ਹਨ। ਇਸ ਕਰਕੇ ਇਹ ਨਿਊਯਾਰਕ ਦੇ ਸਭ ਤੋਂ ਵੱਡੇ ਅਤੇ ਮਹਿੰਗੇ ਸਿਹਤ ਪ੍ਰੋਗਰਾਮਾਂ ਵਿੱਚੋਂ ਇੱਕ ਹੈ। DOJ ਨੇ ਦੋਸ਼ ਲਗਾਇਆ ਹੈ ਕਿ PPL ਨੇ ਖਰਚਿਆਂ ਬਾਰੇ ਗਲਤ ਜਾਣਕਾਰੀ ਦਿੱਤੀ, ਆਪਣੇ ਮੁਨਾਫੇ ਵਧਾਉਣ ਦੇ ਲਈ ਪ੍ਰੋਗਰਾਮ ਦੀ ਵਰਤੋਂ ਕੀਤੀ ਅਤੇ ਪ੍ਰੋਗਰਾਮ ਦੇ ਬਦਲਾਅ ਦੌਰਾਨ ਹਜ਼ਾਰਾਂ ਮਰੀਜ਼ਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਮੁਸ਼ਕਲਾਂ ਪੈਦਾ ਕਰ ਦਿੱਤੀਆਂ। ਮੁਕੱਦਮੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਿਊਯਾਰਕ ਵੱਲੋਂ ਉਮੀਦ ਕੀਤੀ ਗਈ ਲਾਗਤ ਬਚਤ ਲਗਭਗ ਖਤਮ ਹੋ ਗਈ ਹੈ, ਕਿਉਂਕਿ PPL ਨੇ ਉੱਚੀਆਂ ਦਰਾਂ ਤੇ ਬਿਲਿੰਗ ਕੀਤੀ ਅਤੇ ਵਾਧੂ ਆਮਦਨ ਹਾਸਲ ਕੀਤੀ ਹੈ। ਸੋ ਅਮਰੀਕੀ ਨਿਆਂ ਵਿਭਾਗ ਦੇ ਨੈਸ਼ਨਲ ਫਰਾਡ ਐਨਫੋਰਸਮੈਂਟ ਡਿਵੀਜ਼ਨ ਦੇ ਸਹਾਇਕ ਅਟਾਰਨੀ ਜਨਰਲ ਨੇ ਇਹ ਕਿਹਾ ਕਿ ਨਿਊਯਾਰਕ ਦੇ ਇਸ ਪਿਛਲੇ ਦਰਵਾਜ਼ੇ ਵਾਲੇ ਸੌਦੇ ਨੇ ਟੈਕਸ ਦਾਤਾਵਾਂ ਨੂੰ ਮਿਲੀਅਨ ਡਾਲਰ ਦਾ ਨੁਕਸਾਨ ਪਹੁੰਚਾਇਆ ਅਤੇ ਬੇਸ਼ੁਮਾਰ ਮੈਡੀਕੇਡ ਮਰੀਜ਼ਾਂ ਨੂੰ ਮੁਸ਼ਕਿਲ ਵਿੱਚ ਧੱਕ ਦਿੱਤਾ ਹੈ। ਅਮਰੀਕਾ ਦੇ ਹਾਈਵੇ ਤੇ ਜਹਾਜ਼ ਕ੍ਰੈਸ਼ ਹੋਣ ਦੀ ਦਿਲਕੰਬਾਊ ਘਟਨਾ ਸਾਹਮਣੇ ਆਈ ਹੈ, ਜਿਸ ਦੌਰਾਨ 에ਅਰਪਲੇਨ ਦੇ 2 ਟੋਟੇ ਹੋ ਗਏ ਅਤੇ ਅੱਗ ਦੇ ਭਾਂਬੜ ਆਸਮਾਨ ਛੂਹਣ ਲੱਗੇ। ਟੈਕਸਸ ਦੇ ਲਾਰੇਜੋ ਇਲਾਕੇ ਵਿੱਚ ਵਾਪਰੇ ਹਾਦਸਾ ਅੱਖੀ ਦੇਖਣ ਵਾਲਿਆਂ ਨੇ ਦੱਸਿਆ ਕਿ ਲੋਕ ਆਪਣੀਆਂ ਗੱਡੀਆਂ ਵਿੱਚੋਂ ਨਿਕਲ ਕੇ ਹਵਾਈ ਜਹਾਜ਼ ਵੱਲ ਦੌੜੇ ਅਤੇ ਇਸ ਵਿੱਚ ਸਵਾਰ 4 ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਪਰ 2 ਜਣਿਆਂ ਨੂੰ ਬਚਾਇਆ ਨਾ ਜਾ ਸਕਿਆ। ਗੱਡੀਆਂ ਦੇ ਡੈਸ਼ ਕੈਮ ਵਿੱਚ ਹਾਦਸੇ ਦੀ ਵੀਡੀਓ ਰਿਕਾਰਡ ਹੋ ਗਈ ਹੈ ਅਤੇ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਦਰਵਾਜ਼ਾ ਖੋਲ੍ਹਣ ਦਾ ਯਤਨ ਕਰਦਾ ਹੈ। ਇੱਕ ਹੋਰ ਫੁਟੇਜ ਵਿੱਚ ਫਾਇਰ ਫਾਈਟਰਸ ਅੱਗ ਬੁਝਾਉਣ ਦੇ ਯਤਨ ਕਰਦੇ ਦੇਖੇ ਜਾ ਸਕਦੇ ਹਨ, ਪਰ ਅਚਨਚੇਤ ਉੱਠਿਆ ਭਾਂਬੜ ਉਹਨਾਂ ਨੂੰ ਪਿੱਛੇ ਹਟਣ ਵਾਸਤੇ ਮਜਬੂਰ ਕਰ ਦਿੰਦਾ ਹੈ। ਜਹਾਜ਼ ਕ੍ਰੈਸ਼ ਹੋਣ ਤੋਂ ਅੱਗ ਬੁਝਾਏ ਜਾਣ ਤੱਕ ਸਾਰਾ ਘਟਨਾਕ੍ਰਮ ਅੱਖੀ ਦੇਖਣ ਵਾਲੀ ਜ਼ਾਇਰਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਦਸਾ ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ ਸੀ। ਜਹਾਜ਼ ਨੂੰ ਲੱਗੀ ਅੱਗ ਨੇ ਆਲੇ ਦੁਆਲੇ ਮੌਜੂਦ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ, ਕਿਉਂਕਿ ਫਿਊਲ ਟੈਂਕ ਵਿੱਚ ਕਿਸੇ ਵੀ ਵੇਲੇ ਵੱਡਾ ਧਮਾਕਾ ਹੋ ਸਕਦਾ ਸੀ। ਦੱਸਿਆ ਜਾ ਰਿਹਾ ਹੈ ਕਿ ਹਵਾਈ ਜਹਾਜ਼ ਨੇ ਮੈਕਸੀਕੋ ਦੇ ਲੋਸ ਕੈਬੋਸ ਇੰਟਰਨੈਸ਼ਨਲ 에ਅਰਪੋਰਟ ਤੋਂ ਉਡਾਨ ਭਰੀ ਅਤੇ ਆਸਟਿਨ ਬਰਗਸਟ੍ਰਮ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡ ਕਰਨਾ ਸੀ। ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਮਰਨ ਵਾਲਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਲਾਰੇਜੋ ਪੁਲਿਸ ਦੇ ਇਨਵੈਸਟੀਗੇਟਰ ਜੋਜ਼ ਬਾਈਜ਼ਾ ਨੇ ਕਿਹਾ ਕਿ ਹਾਦਸੇ ਮਗਰੋਂ ਹਾਈਵੇ ਤੇ ਆਵਾਜਾਈ ਠੱਪ ਹੋ ਗਈ ਹੈ, ਪਰ ਖੁਸ਼ਕਿਸਮਤੀ ਇਹ ਵੀ ਰਹੀ ਕਿ ਜਹਾਜ਼ ਦੀ ਟੱਕਰ ਕਿਸੇ ਗੱਡੀ ਨਾਲ ਨਹੀਂ ਹੋਈ ਹੈ। ਹਾਦਸਾਗ੍ਰਸਤ ਜਹਾਜ਼ ਨੈਟਜੈਟਸ ਐਵੀਏਸ਼ਨ ਕੰਪਨੀ ਨਾਲ ਸੰਬੰਧਿਤ ਹੈ, ਜਿਸ ਦੇ ਮਾਲਕ ਵਾਨ ਬੱਫੇ ਦੱਸੇ ਜਾ ਰਹੇ ਹਨ। ਦੱਸਦੇ ਕਿ ਪਿਛਲੇ ਕੁਝ ਦਿਨਾਂ ਵਿੱਚ ਅਮਰੀਕਾ ਵਿੱਚ ਕਈ ਵੱਡੇ ਹਵਾਈ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਵਿੱਚ 에ਅਰ ਫੋਰਸ ਦੇ B-52 ਬੰਬਰ ਜਹਾਜ਼ ਦਾ ਕ੍ਰੈਸ਼ ਵੀ ਸ਼ਾਮਲ ਰਹੇ ਹਨ। ਦੂਜੇ ਪਾਸੇ ਮਜ਼ੂਰੀ ਸੂਬੇ ਵਿੱਚ ਹੋਏ 에ਅਰ ਕ੍ਰੈਸ਼ ਦੌਰਾਨ ਜਾਨ ਗਵਾਉਣ ਵਾਲੇ 12 ਜਣਿਆਂ ਵਿੱਚ ਇੱਕ ਭਾਰਤੀ ਨੌਜਵਾਨ ਦੱਸਿਆ ਜਾ ਰਿਹਾ ਹੈ, ਜਿਸ ਦੀ ਸ਼ਨਾਖਤ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ 26 ਸਾਲਾਂ ਦੇ ਸਾਈ ਕਾਰਤਿਕ ਵਰਮਾ ਵਜੋਂ ਹੋਈ ਹੈ। ਕਾਰਤਿਕ ਦੇ ਪਿਤਾ ਸੁਬਰਮਨਿਅਮ ਰਾਜੂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਉਚੇਰੀ ਸਿੱਖਿਆ ਲਈ 4 ਸਾਲ ਪਹਿਲਾਂ ਅਮਰੀਕਾ ਪੁੱਜਾ। ਯੂਨੀਵਰਸਿਟੀ ਆਫ ਮਜ਼ੂਰੀ ਤੋਂ ਪੜ੍ਹਾਈ ਮੁਕੰਮਲ ਕਰਨ ਮਗਰੋਂ ਉਸਨੂੰ ਕੈਂਸਸ ਸੂਬੇ ਵਿੱਚ ਸੌਫਟਵੇਅਰ ਇੰਜੀਨੀਅਰ ਦੀ ਨੌਕਰੀ ਮਿਲ ਗਈ। 15 ਜੂਨ ਨੂੰ ਕਾਰਤਿਕ ਆਪਣੇ ਸਾਥੀਆਂ ਨਾਲ ਸਕਾਈ ਡਾਈਵਿੰਗ ਵਾਸਤੇ ਰਵਾਨਾ ਹੋਇਆ ਅਤੇ ਅਚਨਚੇਤ ਤਕਨੀਕੀ ਖਰਾਬੀ ਪੈਦਾ ਹੋਣ ਕਰਕੇ ਜਹਾਜ਼ ਕ੍ਰੈਸ਼ ਹੋ ਗਿਆ। ਪਾਇਲਟ ਸਣੇ ਜਹਾਜ਼ ਵਿੱਚ ਸਵਾਰ 12 ਜਣਿਆਂ ਵਿੱਚੋਂ ਕੋਈ ਨਾ ਬਚ ਸਕਿਆ।
ਬੇਟਸ ਕਾਉਂਟੀ ਦੇ ਬਟਲਰ ਕਸਬੇ ਵਿੱਚ ਵਾਪਰੇ ਹਵਾਈ ਹਾਦਸੇ ਦੌਰਾਨ ਭਾਰਤੀ ਮਾਪਿਆਂ ਨੇ ਇਕਲੌਤੀ ਔਲਾਦ ਗਵਾ ਦਿੱਤੀ ਅਤੇ ਕਾਰਤਿਕ ਦੇ ਸੁਪਨੇ ਵੀ ਅਧੂਰੇ ਰਹਿ ਗਏ। ਕਾਰਤਿਕ ਦੇ ਮਾਪਿਆਂ ਦਾ ਦੁੱਖ ਬਿਆਨ ਕਰਨਾ ਇਸ ਵੇਲੇ ਬਹੁਤ ਜ਼ਿਆਦਾ ਮੁਸ਼ਕਿਲ ਹੈ, ਜਿਨ੍ਹਾਂ ਨੂੰ ਅੰਤਿਮ ਸੰਸਕਾਰ ਕਰਨ ਦਾ ਮੌਕਾ ਵੀ ਨਾ ਮਿਲਿਆ। ਵਿਸ਼ਵ ਭਰ ਦੇ ਊਰਜਾ ਬਾਜ਼ਾਰ ਅਤੇ ਅੰਤਰਰਾਸ਼ਟਰੀ ਸੁਰੱਖਿਆ ਦੇ ਲਿਹਾਜ਼ ਤੋਂ ਇੱਕ ਬਹੁਤ ਹੀ ਅਹਿਮ ਅਤੇ ਵੱਡੀ ਖਬਰ ਸਾਹਮਣੇ ਆਈ ਹੈ। ਅਮਰੀਕਾ ਤੇ ਈਰਾਨ ਵਿਚਾਲੇ ਇੱਕ ਇਤਿਹਾਸਕ ਸਮਝੌਤਾ ਪੱਤਰ ਸਾਈਨ ਹੋਣ ਤੋਂ ਬਾਅਦ ਮੱਧ ਪੂਰਬ ਵਿੱਚ ਤਣਾਅ ਕਾਫੀ ਘਟ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧਿਕਾਰਤ ਹੁਕਮਾਂ ਤੋਂ ਬਾਅਦ ਅਮਰੀਕੀ ਫੌਜ ਨੇ ਹੋਰਮੁਜ਼ ਜਲਡਮਰੂ ਤੋਂ ਪਿਛਲੇ 66 ਯਾਨੀ ਕਿ 4 ਦਿਨਾਂ ਤੋਂ ਲਗਾਈ ਹੋਈ ਜਲ ਸੈਨਾ ਦੀ ਸਖਤ ਨਾਕਾਬੰਦੀ ਹੁਣ ਪੂਰੀ ਤਰ੍ਹਾਂ ਹਟਾ ਦਿੱਤੀ ਹੈ। ਇਸ ਫੈਸਲੇ ਤਹਿਤ ਉਹਨੇ ਈਰਾਨੀ ਬੰਦਰਗਾਹਾਂ ਅਤੇ ਉੱਥੋਂ ਆਉਣ ਜਾਣ ਵਾਲੇ ਵਪਾਰਕ ਜਹਾਜ਼ਾਂ ਦੇ ਲੰਘਣ ਦਾ ਰਸਤਾ ਸਾਫ਼ ਹੋ ਗਿਆ। ਇਸ ਵੱਡੇ ਬਦਲਾਅ ਦੀ ਨੀਂਹ ਬੁੱਧਵਾਰ ਨੂੰ ਉਸ ਵੇਲੇ ਰੱਖੀ ਗਈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਵਿਚਕਾਰ ਇੱਕ ਅਹਿਮ ਸਮਝੌਤਾ ਹੋਇਆ। ਇਸ ਸਮਝੌਤੇ ਤਹਿਤ ਈਰਾਨ ਜਿੱਥੇ ਹੋਰਮੁਜ਼ ਜਲਡਮਰੂ ਨੂੰ ਵਪਾਰ ਲਈ ਦੁਬਾਰਾ ਖੋਲ੍ਹਣ ਲਈ ਸਹਿਮਤ ਹੋਇਆ, ਉੱਥੇ ਅਮਰੀਕਾ ਨੇ ਵੀ ਆਪਣੀ ਸਮੁੰਦਰੀ ਨਾਕਾਬੰਦੀ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ। ਅਮਰੀਕੀ ਸੈਂਟਰਲ ਕਮਾਂਡ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਦੀ ਪੁਸ਼ਟੀ ਕਰਦਿਆਂ ਲਿਖਿਆ ਕਿ ਰਾਸ਼ਟਰਪਤੀ ਦੇ ਨਿਰਦੇਸ਼ਾਂ ਤਹਿਤ ਈਰਾਨੀ ਤੱਟਵਰਤੀ ਇਲਾਕਿਆਂ ਵਿੱਚ ਦਾਖਲ ਹੋਣ ਵਾਲੇ ਸਾਰੇ ਜਹਾਜ਼ਾਂ ਤੇ ਰੋਕ ਹਟਾ ਦਿੱਤੀ ਗਈ ਹੈ। ਹਾਲਾਂਕਿ ਸਮਝੌਤੇ ਦੇ ਸਾਰੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਲਈ ਅਮਰੀਕੀ ਨੇਵੀ ਦੇ ਜਹਾਜ਼ ਅਜੇ ਵੀ ਉੱਥੇ ਤੈਨਾਤ ਰਹਿਣਗੇ। ਇਸ ਇਤਿਹਾਸਕ ਸਮਝੌਤੇ ਤੋਂ ਬਾਅਦ ਵੀਰਵਾਰ ਨੂੰ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਪੋਸਟ ਸ਼ੇਅਰ ਕਰਕੇ ਖੁਸ਼ੀ ਜ਼ਾਹਰ ਕੀਤੀ। ਉਹਨਾਂ ਨੇ ਲਿਖਿਆ, ਅਮਰੀਕਾ ਖੇਤਰ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਬਹਾਲ ਕਰਨ ਲਈ ਵਚਨਬੱਧ ਹੈ ਅਤੇ ਉਹ ਮੱਧ ਪੂਰਬ ਦੇ ਸਾਰੇ ਦੇਸ਼ਾਂ ਅਤੇ ਧਿਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਸੀ ਗੱਲਬਾਤ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਉਣ ਦੇ ਲਈ ਆਪਣੀ ਵਚਨਬੱਧਤਾ ਕਾਇਮ ਰੱਖਣ। ਟਰੰਪ ਨੇ ਅੱਗੇ ਵੀ ਕਿਹਾ ਕਿ ਇਸ ਫੈਸਲੇ ਨਾਲ ਗਲੋਬਲ ਮਾਰਕੀਟ ਵਿੱਚ ਭਾਰੀ ਖੁਸ਼ੀ ਹੈ ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆਈ ਹੈ ਅਤੇ ਸਟਾਕ ਮਾਰਕੀਟ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। ਉਹਨਾਂ ਨੇ ਉਮੀਦ ਜਤਾਈ ਕਿ ਜਲਦੀ ਹੀ ਲੈਬਨਾਨ, ਹਿਜ਼ਬੁੱਲਾ ਤੇ ਇਜ਼ਰਾਈਲ ਸਮੇਤ ਸਾਰੇ ਮੋਰਚਿਆਂ ਤੇ ਮੁਕੰਮਲ ਜੰਗਬੰਦੀ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਸਾਰਾ ਵਿਵਾਦ ਇਸੇ ਸਾਲ 28 ਫਰਵਰੀ ਨੂੰ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਮਿਲ ਕੇ ਈਰਾਨ ਤੇ ਇੱਕ ਵੱਡਾ ਹਮਲਾ ਕਰ ਦਿੱਤਾ ਸੀ, ਜਿਸ ਨੇ ਬਾਅਦ ਵਿੱਚ ਇੱਕ ਭਿਆਨਕ ਯੁੱਧ ਦਾ ਰੂਪ ਧਾਰਨ ਕਰ ਲਿਆ। ਇਸ ਦੇ ਜਵਾਬੀ ਐਕਸ਼ਨ ਵਜੋਂ ਈਰਾਨ ਨੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਰਸਤੇ ਹੋਰਮੁਜ਼ ਜਲਡਮਰੂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਅਮਰੀਕਾ ਦੇ ਕੈਨਸਾਸ ਸਿਟੀ ਵਿੱਚ ਫੀਫਾ ਵਿਸ਼ਵ ਕੱਪ ਸਟੇਡੀਅਮ ਦੇ ਨੇੜੇ ਗੋਲੀਬਾਰੀ ਦੀਆਂ ਇੱਕ ਤੋਂ ਬਾਅਦ ਇੱਕ 5 ਘਟਨਾਵਾਂ ਵਾਪਰੀਆਂ ਹਨ, ਜਿਸ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਦੇ ਅਨੁਸਾਰ ਇਹ ਵਾਰਦਾਤਾਂ ਮੰਗਲਵਾਰ ਸ਼ਾਮ 6 ਵਜੇ ਤੋਂ 6:30 ਵਜੇ ਦੇ ਵਿਚਕਾਰ ਅੱਧੇ ਘੰਟੇ ਦੇ ਅੰਦਰ ਵਾਪਰੀਆਂ। ਇਸ ਹਿੰਸਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇੱਕ ਨਾਬਾਲਗ ਸਮੇਤ 4 ਹੋਰ ਲੋਕ ਜ਼ਖਮੀ ਹੋਏ ਹਨ। ਇਹ ਸਾਰੀਆਂ ਘਟਨਾਵਾਂ ਐਰੋਹੈਂਡ ਸਟੇਡੀਅਮ ਤੋਂ ਲਗਭਗ 7 ਕਿਲੋਮੀਟਰ ਦੀ ਦੂਰੀ ਤੇ ਵਾਪਰੀਆਂ, ਜਿੱਥੇ ਅਰਜਨਟੀਨਾ ਦੀ ਟੀਮ ਨੇ ਅਲਜੀਰੀਆ ਖਿਲਾਫ ਆਪਣਾ ਪਹਿਲਾ ਮੈਚ ਜਿੱਤਿਆ ਸੀ। ਗੋਲੀਬਾਰੀ ਦੀਆਂ 3 ਘਟਨਾਵਾਂ ਇੰਟਰਸਟੇਟ 70 ਤੇ 670 ਤੇ ਹੋਈਆਂ, ਜੋ ਸ਼ਹਿਰ ਦੇ ਮੁੱਖ ਡਾਊਨਟਾਊਨ ਇਲਾਕੇ ਵਿੱਚੋਂ ਲੰਘਦੀਆਂ ਹਨ। ਜ਼ਖਮੀਆਂ ਵਿੱਚ ਇੱਕ ਉਬਰ ਡਰਾਈਵਰ ਵੀ ਸ਼ਾਮਲ ਹੈ, ਜੋ ਅਰਜਨਟੀਨਾ ਫੁੱਟਬਾਲ ਟੀਮ ਦੇ ਅਮਰੀਕੀ ਪ੍ਰਸ਼ੰਸਕਾਂ ਨੂੰ ਲੈ ਕੇ ਜਾ ਰਿਹਾ ਸੀ। ਪ੍ਰਸ਼ੰਸਕਾਂ ਨੇ ਦੱਸਿਆ ਕਿ ਇੱਕ ਕਾਰ ਨੇ ਉਹਨਾਂ ਦੀ ਗੱਡੀ ਦੇ ਬਰਾਬਰ ਆ ਕੇ 2 ਗੋਲੀਆਂ ਚਲਾਈਆਂ, ਜਿਸ ਨਾਲ ਡਰਾਈਵਰ ਦੇ ਪੈਰ ਵਿੱਚ ਗੋਲੀ ਲੱਗੀ। ਪਹਿਲਾਂ ਯਾਤਰੀਆਂ ਨੂੰ ਲੱਗਿਆ ਕਿ ਸ਼ਾਇਦ ਗੱਡੀ ਦਾ ਟਾਇਰ ਫਟ ਗਿਆ, ਪਰ ਬਾਅਦ ਵਿੱਚ ਸੱਚਾਈ ਸਾਹਮਣੇ ਆਈ। ਪੁਲਿਸ ਅਨੁਸਾਰ ਟੂਮੈਨ ਰੋਡ ਤੇ ਇੱਕ ਗੱਡੀ ਦੇ ਖੰਭੇ ਨਾਲ ਟਕਰਾਉਣ ਦੀ ਸੂਚਨਾ ਮਿਲੀ ਸੀ। ਜਦੋਂ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਪਤਾ ਲੱਗਿਆ ਕਿ ਉਸ ਨੂੰ ਗੋਲੀ ਲੱਗੀ ਸੀ, ਜਿਸ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਾਰੇ ਪੀੜਤਾਂ ਨੇ ਦੱਸਿਆ ਕਿ ਜਦੋਂ ਉਹ ਹਾਈਵੇ ਤੇ ਗੱਡੀ ਚਲਾ ਰਹੇ ਸਨ ਤਾਂ ਉਹਨਾਂ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ 22 ਸਾਲਾ ਦੇ ਨੌਜਵਾਨ ਨੂੰ ਸ਼ੱਕੀ ਵਜੋਂ ਨਾਮਜ਼ਦ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਾਰੀਆਂ ਘਟਨਾਵਾਂ ਵਿੱਚ ਇੱਕੋ ਹੀ ਵਿਅਕਤੀ ਸ਼ਾਮਲ ਹੈ। ਪੁਲਿਸ ਨੇ ਇੱਕ ਘਰ ਦੀ ਘੇਰਾਬੰਦੀ ਵੀ ਕੀਤੀ ਸੀ, ਪਰ ਜਦੋਂ ਬੁੱਧਵਾਰ ਸਵੇਰੇ ਉੱਥੇ ਛਾਪਾ ਮਾਰਿਆ ਗਿਆ ਤਾਂ ਸ਼ੱਕੀ ਉੱਥੋਂ ਫਰਾਰ ਹੋ ਚੁੱਕਿਆ ਸੀ। ਹਮਲਾਵਰ ਦੇ ਖਿਲਾਫ ਵਾਰੰਟ ਜਾਰੀ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਇਹ ਘਟਨਾਵਾਂ ਉਸ ਵਾਰਦਾਤ ਤੋਂ ਮਹਿਜ਼ 10 ਦਿਨ ਬਾਅਦ ਹੋਈਆਂ, ਜਦੋਂ ਕੈਨਸਾਸ ਸਿਟੀ ਵਿੱਚ ਹੀ ਇੰਗਲੈਂਡ ਦੇ ਵਿਸ਼ਵ ਕੱਪ ਬੇਸ ਕੈਂਪ ਤੋਂ ਕੁਝ ਦੂਰੀ ਤੇ ਹੋਈ ਗੋਲੀਬਾਰੀ ਵਿੱਚ 9 ਲੋਕ ਜ਼ਖਮੀ ਹੋ ਗਏ ਸਨ। ਲਗਾਤਾਰ ਹੋ ਰਹੀਆਂ ਇਨ੍ਹਾਂ ਘਟਨਾਵਾਂ ਨੇ ਵਿਸ਼ਵ ਕੱਪ ਦੌਰਾਨ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਖੜੇ ਕਰ ਦਿੱਤੇ ਹਨ। ਅਮਰੀਕਾ ਵਿੱਚ ਬਾਵਰੋਲੀਆ ਨੇ ਕਹਿਰ ਢਾ ਦਿੱਤਾ ਅਤੇ ਘੱਟੋ-ਘੱਟ 2 ਰਾਜਾਂ ਵਿੱਚ ਤਬਾਹੀ ਹੋਣ ਦੀ ਰਿਪੋਰਟ ਹੈ, ਜਦਕਿ ਕੁਝ ਰਾਜਾਂ ਵਿੱਚ ਭਾਰੀ ਬਾਰਿਸ਼ ਮਗਰੋਂ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ। ਨੈਸ਼ਨਲ ਵੈਦਰ ਸਰਵਿਸ ਮੁਤਾਬਕ ਇੱਕ ਟੋਰਨੇਡੋ ਆਇਓਵਾ ਸੂਬੇ ਦੇ ਉੱਤਰ ਪੂਰਬੀ ਇਲਾਕਿਆਂ ਵਿੱਚ ਆਇਆ, ਜਦਕਿ ਦੂਜਾ ਇਲੀਨੋਇਸ ਦੇ ਚਾਰਲਸਟਨ ਇਲਾਕੇ ਵਿੱਚ ਦਰਜ ਕੀਤਾ ਗਿਆ। ਚਾਰਲਸਟਨ ਪੁਲਿਸ ਨੇ ਫੇਸਬੁੱਕ ਪੋਸਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਦਰੱਖਤ ਜੜੋਂ ਪੁੱਟੇ ਗਏ ਅਤੇ ਇਲਾਕੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਐਫਿੰਗਮ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ
ਕੋਆਰਡੀਨੇਟਰ ਲੈਰੀ ਥਾਈਜ਼ ਦਾ ਕਹਿਣਾ ਹੈ ਕਿ ਹਜ਼ਾਰਾਂ ਘਰਾਂ ਬਿਜਲੀ ਸਪਲਾਈ ਠੱਪ ਹੋ ਗਈ। ਹਜ਼ਾਰਾਂ ਘਰਾਂ ਦੀ ਅਤੇ ਕਈ ਇਮਾਰਤਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਹੈ। ਫਿਲਹਾਲ ਕੋਈ ਜਾਨੀ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਹੈ ਅਤੇ ਨੁਕਸਾਨ ਦਾ ਅੰਦਾਜ਼ਾ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਕੱਲੇ ਇਲੀਨੋਏ ਸੂਬੇ ਵਿੱਚ 55,000 ਘਰਾਂ ਦੀ ਬਿਜਲੀ ਸਪਲਾਈ ਠੱਪ ਹੈ, ਜਿਸ ਨੂੰ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਦੱਸ ਦੇ ਕਿ ਸਮੁੰਦਰੀ ਤੂਫਾਨ ਆਰਥਰ ਦੀ ਤੀਬਰਤਾ ਨੂੰ ਵੇਖਦਿਆਂ 125 ਮਿਲੀਅਨ ਅਮਰੀਕਨਜ਼ ਨੂੰ ਸਵੇਰੇ ਖਰਾਬ ਮੌਸਮ ਦੀ ਚੇਤਾਵਨੀ ਦਿੱਤੀ ਗਈ। ਹਵਾਵਾਂ ਦੀ ਰਫ਼ਤਾਰ 125 ਕਿਲੋਮੀਟਰ ਪ੍ਰਤੀ ਘੰਟਾ ਤੋਂ ਟੱਪ ਸਕਦੀ ਹੈ ਅਤੇ ਭਾਰੀ ਮੀਂਹ ਨੀਵੇਂ ਇਲਾਕਿਆਂ ਨੂੰ ਡੋਬ ਸਕਦਾ ਹੈ। ਸਿਰਫ ਇੰਨਾ ਹੀ ਨਹੀਂ, ਕੁਝ ਇਲਾਕਿਆਂ ਵਿੱਚ ਗੜੇਮਾਰੀ ਦੀ ਪੇਸ਼ਨਗੋਈ ਵੀ ਕੀਤੀ ਗਈ ਹੈ। ਗਰਮੀਆਂ ਦਾ ਮੌਸਮ ਅਮਰੀਕਾ ਦੇ ਦੱਖਣੀ ਰਾਜਾਂ ਵਿੱਚ ਟੋਰਨੇਡੋਜ਼ ਪੈਦਾ ਹੋਣ ਦਾ ਕਾਰਨ ਬਣਦਾ ਹੈ, ਪਰ ਇਸ ਵਾਰ ਤੂਫਾਨ ਵੀ ਨਾਲੋਂ ਨਾਲ ਦਸਤਕ ਦੇ ਰਿਹਾ ਹੈ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮੇਲ USA TV ਦੇ ਨਾਲ। ਇਸ ਦੇ ਨਾਲ ਤੁਹਾਨੂੰ ਦੱਸਵਾਂ ਕਿ IPTV ਬੌਕਸ ਤੋਂ ਇਲਾਵਾ ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ Facebook, TikTok, Instagram ਤੇ YouTube ਤੇ ਸਬਸਕ੍ਰਾਈਬ ਤੇ ਫੋਲੋ ਕਰ ਸਕਦੇ ਹੋ ਤਾਂ ਜੋ ਤਾਜ਼ਾ ਖਬਰਾਂ ਤੇ ਸਾਡੇ ਖਾਸ ਪ੍ਰੋਗਰਾਮ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਫਿਲਹਾਲ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।